Religion Outlook। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 463ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਲੈ ਕੇ ਹਾਜ਼ਰ ਹਾਂ ਜੀ। ਅੱਜ ਦੇ ਅੰਗ ਦੀ ਗੁਰਬਾਣੀ ਦੇ ਵਿੱਚ, ਕਿਉਂਕਿ ਹਾਲੇ ਆਸਾ ਦੀ ਵਾਰ ਦੀ ਸ਼ੁਰੂਆਤ ਹੀ ਚੱਲ ਰਹੀ, ਗੁਰੂ ਸਾਹਿਬ ਨੇ ਉਸ ਪਰਮਾਤਮਾ ਦੀ ਰਚਨਾ ਦਾ ਬੜਾ ਹੀ ਸੋਹਣਾ ਮੁੱਢ ਬੰਨਿਆ। ਕਿਵੇਂ ਉਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਰਚੀ, ਆਪਣੇ ਆਪ ਨੂੰ ਇਸ ਸ੍ਰਿਸ਼ਟੀ ਦੇ ਵਿੱਚ ਵਿਰਾਜਮਾਨ ਕੀਤਾ, ਸ੍ਰਿਸ਼ਟੀ ਦੇ ਜੀਵਾਂ ਨੂੰ ਸਾਜਿਆ, ਉਹਨਾਂ ਨੂੰ ਬਖਸ਼ਿਸ਼ਾਂ ਦਿੱਤੀਆਂ, ਕਿਸ ਜੀਵ ਨੂੰ ਕੀ ਬਖਸ਼ਿਸ਼ ਕਰਨੀ ਹੈ ਇਹ ਨਿਰਧਾਰਿਤ ਕੀਤਾ। ਉਸ ਪਰਮਾਤਮਾ ਦੀ ਸਾਜੀ ਹੋਈ ਇਸ ਕੁਦਰਤ ਦਾ ਬੜਾ ਹੀ ਅਚਰਜ ਜਿਹਾ ਨਜ਼ਾਰਾ ਗੁਰੂ ਸਾਹਿਬ ਨੇ ਬੰਨਿਆ ਹੈ। ਸੋ ਆਓ ਸਰਵਣ ਕਰੀਏ ਆਸਾ ਦੀ ਵਾਰ ਦੀਆਂ ਪਹਿਲੀਆਂ 2 ਪੌੜੀਆਂ ਤੇ ਉਹਨਾਂ ਦੇ ਸ਼ਲੋਕ। ਮਹਿਲਾ ਪਹਿਲਾ, ਨਾਨਕ ਗੁਰੂ ਨ ਚੇਤਨੀ, ਮਨ ਆਪਣਾ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁੰਨੇ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆ ਕਹੁ ਨਾਨਕ ਸੋ ਨਾਹ, ਫਲੀਐ ਫੁੱਲੀਐ ਬਪੁੜੇ ਪੀ ਤਨ ਵਿੱਚ ਸੁਆਹ। ਨਾਨਕ ਗੁਰੂ ਨਾ ਚੇਤਨੀ, ਹੇ ਨਾਨਕ ਜੋ ਮਨੁੱਖ ਗੁਰੂ ਨੂੰ ਚੇਤੇ ਨਹੀਂ ਕਰਦਾ, ਮਨ ਆਪਣਾ ਸੁਚੇਤ, ਆਪਣੇ ਆਪ 'ਚ ਚਤਰ ਬਣਿਆ ਰਹਿੰਦਾ ਹੈ, ਉਹ ਇਉਂ ਹੀ ਹੈ ਜਿਵੇਂ ਕਿ ਛੁੱਟੇ ਤਿਲ ਬੁਆੜ ਜਿਉਂ ਸੁੰਨੇ ਅੰਦਰ ਖੇਤ। ਜਿਵੇਂ ਕਿਸੇ ਸੁੰਨੀ ਪੈਲੀ ਵਿੱਚ ਅੰਦਰੋਂ ਸੜੇ ਹੋਏ ਤਿਲ ਨਿਖਸਮੇ ਪਏ ਹੋਏ ਹਨ। ਕਈ ਵਾਰ ਕੀ ਹੁੰਦਾ, ਕੋਈ ਫਸਲ ਬੀਜ ਦਿੱਤੀ ਜਾਂਦੀ ਹੈ, ਫਸਲਾਂ ਦੇ ਉੱਪਰ ਕੀਟਾਂ ਦਾ, ਨਦੀਨਾਂ ਦਾ ਹਮਲਾ ਹੋ ਜਾਣਾ ਕੋਈ ਵੱਡੀ ਗੱਲ ਨਹੀਂ, ਆਮ ਜਿਹੀ ਗੱਲ ਹੈ। ਅਤੇ ਕਈ ਵਾਰ ਉਹ ਕੀਟ ਅਜਿਹੇ ਹੁੰਦੇ ਨੇ ਜਿਹੜੇ ਅੰਦਰੋਂ ਬੀਜ ਨੂੰ ਖੋਖਲਾ ਕਰਦੇ ਨੇ। ਬੂਟਾ ਪਿਆ ਹੈ, ਬੂਟਾ ਉੱਗਿਆ ਹੋਇਆ, ਫਲ ਨਹੀਂ ਲੱਗ ਰਿਹਾ। ਸੋ ਜਿਹੜਾ ਆਪਣੇ ਆਪ ਦੇ ਵਿੱਚ ਚਤਰ ਬਣਿਆ ਹੋਇਆ ਹੈ, ਸਰੀਰਕ ਤੌਰ 'ਤੇ ਉਹਦੀ ਮੌਜੂਦਗੀ ਹੈ, ਪਰ ਉਹਨੂੰ ਸੁੱਖਾਂ ਦਾ, ਉਹਨੂੰ ਖੁਸ਼ੀਆਂ ਦਾ ਫਲ ਨਹੀਂ ਲੱਗ ਰਿਹਾ। ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ, ਫਲੀਐ ਫੁੱਲੀਐ ਪਪੁੜੇ ਭੀ ਤਨ ਵਿੱਚ ਸੁਆਹ। ਬੇਸ਼ੱਕ ਉਸ ਪੈਲੀ ਦੇ ਵਿੱਚ ਨਿਖਸਮੇ ਪਏ ਹੋਏ ਉਹਨਾਂ ਬੁਆੜ ਤਿਲਾਂ ਦੇ 100 ਖਸਮ ਹਨ, ਉਹ ਵਿਚਾਰੇ ਫੁੱਲਦੇ ਵੀ ਹਨ, ਫਲਦੇ ਵੀ ਹਨ, ਫਿਰ ਵੀ ਉਹਨਾਂ ਦੇ ਤਨ ਵਿੱਚ ਸੁਆਹ ਹੀ ਹੁੰਦੀ ਹੈ। ਤਿਲਾਂ ਦੀਆਂ ਫਲੀਆਂ ਤੇ ਸ਼ਾਇਦ ਆਪਾਂ ਕਦੇ ਨਹੀਂ ਭੰਨੀਆਂ, ਜਾਂ ਬਹੁਤੇ ਲੋਕਾਂ ਨੇ ਨਹੀਂ ਭੰਨੀਆਂ ਹੋਣਗੀਆਂ, ਪਰ ਇੱਕ ਆਮ ਖਾਧੀ ਜਾਣ ਵਾਲੀ ਚੀਜ਼ ਮੂੰਗਫਲੀ, ਬਹੁਤੇ ਵਾਰ ਅਜਿਹਾ ਹੁੰਦਾ ਅਸੀਂ ਉਹਨੂੰ ਭੰਨਦੇ ਹਾਂ ਅਤੇ ਅੰਦਰੋਂ ਐਨ ਕਾਲਾ ਹੋਇਆ ਦਾਣਾ ਨਿਕਲਦਾ ਹੈ, ਲਗਭਗ ਮੱਚਿਆ ਹੀ ਹੁੰਦਾ। ਅਤੇ ਇੱਥੇ ਪੱਕੀ ਹੋਈ ਮੂੰਗਫਲੀ ਨਹੀਂ, ਕੱਚੀ ਮੂੰਗਫਲੀ ਦੀ ਗੱਲ ਕਰਦੇ ਹਾਂ, ਵਿੱਚੋਂ ਦਾਣਾ ਖਤਮ ਹੋਇਆ ਹੁੰਦਾ, ਸੁਆਹ ਬਣਿਆ ਪਿਆ ਹੁੰਦਾ। ਇਹੀ ਹਾਲਤ ਹੁੰਦੀ ਹੈ ਉਸ ਮਨੁੱਖ ਦੀ ਜਿਹਨੂੰ ਗੁਰੂ ਚੇਤੇ ਨਾ ਹੋਵੇ, ਜਿਹੜਾ ਆਪਣੇ ਆਪ ਦੇ ਵਿੱਚ ਚਤਰ ਬਣਿਆ ਹੋਵੇ। ਬਾਹਰੋਂ ਸਰੀਰਕ ਤੌਰ 'ਤੇ ਉਹ ਸਾਨੂੰ ਬਿਲਕੁਲ ਸੁਡੌਲ ਨਜ਼ਰ ਆਏਗਾ, ਪਰ ਅੰਦਰ ਕੋਈ ਤੰਤ ਨਹੀਂ ਹੁੰਦਾ, ਅੰਦਰ ਸੁਆਹ ਹੁੰਦਾ। ਪੌੜੀ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾਣੋ ਹੀ ਸਭ ਸੈ, ਦੇ ਲੈਸੈ ਜਿੰਦ ਕਵਾਓ, ਕਰ ਆਸਣ ਡਿਠੋ ਚਾਓ। ਗੁਰੂ ਸਾਹਿਬ ਕਹਿੰਦੇ ਕਿ ਉਸ ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਤੇ ਆਪ ਹੀ ਆਪਣਾ ਨਾਮਣਾ ਬਣਾਇਆ। ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਧੜੇ ਬੰਦੀਆਂ ਦੀ, ਕਿ ਇਸ ਦੁਨੀਆ ਦੇ ਉੱਪਰ ਬੜੀਆਂ ਹੀ ਧੜੇ ਬੰਦੀਆਂ ਨੇ। ਲੋਕਾਂ ਨੇ ਧਰਮ, ਜਾਤ ਦੇ ਆਧਾਰ 'ਤੇ ਆਪਣੇ ਆਪ ਨੂੰ ਵੰਡਿਆ ਹੋਇਆ, ਫਿਲਾਸਫੀ ਦੇ ਆਧਾਰ 'ਤੇ ਆਪਣੇ ਆਪ ਨੂੰ ਵੰਡਿਆ ਹੋਇਆ, ਖੇਡਾਂ ਵਾਲੀ ਕਿਸੇ ਟੀਮ ਨੂੰ ਕਿਹੜੀ ਨੂੰ ਸਪੋਰਟ ਕਰਦੇ ਨੇ ਉਹਦੇ ਆਧਾਰ 'ਤੇ ਵੰਡਿਆ, ਕਿਹੜੇ ਰਾਜਨੇਤਾ ਨੂੰ ਕੋਈ ਸਪੋਰਟ ਕਰਦਾ ਉਸ ਆਧਾਰ 'ਤੇ ਵੰਡਿਆ। ਪਰ ਉਸ ਪ੍ਰਭੂ ਨੇ ਇਸ ਸ੍ਰਿਸ਼ਟੀ ਦੇ ਵਿੱਚ ਆਪਣਾ ਇੰਨਾ ਨਾਮਣਾ ਬਣਾਇਆ ਕਿ ਜੇ
ਇਸ ਦੁਨੀਆ ਦੇ ਉੱਪਰ ਕੋਈ ਇੱਕ ਧੜਾ ਹੈ ਜੋ ਸਭ ਤੋਂ ਵੱਡਾ ਹੈ, ਤਾਂ ਉਹ ਹੈ ਪਰਮਾਤਮਾ ਦੇ ਵਿੱਚ ਮੰਨਣ ਵਾਲਿਆਂ ਦਾ, ਪਰਮਾਤਮਾ ਨੂੰ ਮੰਨਣ ਵਾਲਿਆਂ ਦਾ। ਹਾਂ, ਇਹ ਗੱਲ ਜ਼ਰੂਰ ਹੈ ਕਿ ਵੱਖ-ਵੱਖ ਧਰਮਾਂ ਨੇ ਉਸ ਪਰਮਾਤਮਾ ਨੂੰ ਵੱਖ-ਵੱਖ ਨਾਮ ਦਿੱਤੇ ਹੋਏ ਨੇ, ਪਰ ਲਗਭਗ ਸਾਰੇ ਹੀ ਧਰਮਾਂ ਦੇ ਵਿੱਚ ਉਸ ਪਰਮਾਤਮਾ ਦੇ ਗੁਣ ਇੱਕੋ ਜਿਹੇ ਨੇ, ਉਸ ਪਰਮਾਤਮਾ ਦੀ ਤਾਕਤ ਇੱਕੋ ਜਿਹੀ ਹੈ। ਸਾਰੇ ਹੀ ਧਰਮਾਂ ਦੇ ਵਿੱਚ ਉਸ ਪਰਮਾਤਮਾ ਦਾ ਗੁਣਗਾਨ ਵੀ ਹੁੰਦਾ ਹੈ, ਉਸ ਪਰਮਾਤਮਾ ਅੱਗੇ ਅਰਦਾਸ ਵੀ ਕੀਤੀ ਜਾਂਦੀ ਹੈ। ਸੋ ਨਾਮ ਭਾਸ਼ਾ ਦੇ ਆਧਾਰ 'ਤੇ ਕਹਿ ਲਈਏ ਜਾਂ ਫਿਰ ਕਿਤੋਂ ਦੇ ਸੱਭਿਆਚਾਰ ਦੇ ਆਧਾਰ 'ਤੇ ਕਹਿ ਲਈਏ, ਨਾਮ ਵੱਖਰੇ ਵੱਖਰੇ ਦਿੱਤੇ ਹੋਏ ਨੇ, ਪਰ ਉਹ ਪਰਮਾਤਮਾ ਰਹਿੰਦਾ ਇੱਕ ਹੀ ਹੈ ਅਤੇ ਇਸ ਦੁਨੀਆ ਦੇ ਉੱਪਰ ਉਹਨੇ ਆਪਣਾ ਨਾਮਣਾ ਬਣਾਇਆ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕ ਜਿਹੜੇ ਨੇ ਉਸ ਪਰਮਾਤਮਾ ਦੇ ਵਿੱਚ ਵਿਸ਼ਵਾਸ ਕਰਦੇ। ਆਪੀ ਨੈ ਆਪ ਸਾਜਿਓ, ਆਪੀ ਨੈ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ। ਦੂਈ ਤੋਂ ਭਾਵ ਦੂਜੇ ਨੰਬਰ 'ਤੇ ਉਸ ਪਰਮਾਤਮਾ ਨੇ ਕੁਦਰਤ ਸਾਜੀ। ਪਹਿਲਾਂ ਆਪਣੇ ਆਪ ਨੂੰ ਸਾਜਿਆ, ਫਿਰ ਕੁਦਰਤ ਸਾਜੀ। ਕਰ ਆਸਣ ਡਿਠੋ ਜਾਓ, ਇਸ ਕੁਦਰਤ ਦੇ ਵਿੱਚ ਆਪਣਾ ਆਸਣ ਜਮਾਇਆ। ਇਸ ਜਗਤ ਦੇ ਵਿੱਚ ਵਿਆਪਕ ਹੋ ਕੇ ਆਪ ਇਸ ਜਗਤ ਦਾ ਤਮਾਸ਼ਾ ਵੇਖਣ ਲੱਗ ਪਏ। ਚਾਓ ਤੋਂ ਭਾਵ ਤਮਾਸ਼ਾ। ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਉ। ਹੇ ਪ੍ਰਭੂ, ਤੂੰ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਅਤੇ ਆਪ ਹੀ ਇਹਨਾਂ ਦੇ ਸਾਜਣ ਵਾਲਾ ਹੈ। ਦਾਤਾ ਵੀ ਤੂੰ ਆਪ ਹੀ ਹੈ, ਕਰਤਾ ਵੀ ਤੂੰ ਆਪ ਹੀ ਹੈ। ਜੀਵਾਂ ਦੇ ਉੱਪਰ ਖੁਸ਼ ਹੋ ਕੇ ਤੂੰ ਆਪ ਹੀ ਜੀਵਾਂ ਨੂੰ ਬਖਸ਼ਿਸ਼ਾਂ ਕਰਦਾ ਹੈ। ਤੂੰ ਜਾਣੋਈ ਸਭ ਸੈ, ਦੇ ਲੈਸੈ ਜਿੰਦ ਕਵਾਓ। ਤੂੰ ਸਭਨਾ ਜੀਆਂ ਦਾ ਜਾਣਨਹਾਰ ਹੈ। ਜਿੰਦ ਤੇ ਸਰੀਰ ਆਪ ਹੀ ਜੀਵਾਂ ਨੂੰ ਦਿੰਦਾ ਹੈ ਅਤੇ ਆਪ ਹੀ ਵਾਪਸ ਲੈ ਲੈਂਦਾ ਹੈ। ਦੇ ਲੈਸੈ ਜਿੰਦ ਕਵਾਓ, ਕਰ ਆਸਣ ਡਿਠੋ ਜਾਓ। ਤੂੰ ਕੁਦਰਤ ਦੇ ਵਿੱਚ ਆਪਣਾ ਆਸਣ ਜਮਾ ਕੇ ਜਗਤ ਦਾ ਇਹ ਤਮਾਸ਼ਾ ਵੇਖ ਰਿਹਾ ਹੈ। ਸ਼ਲੋਕ ਮਹਿਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ। ਅਸੀਂ ਆਪਣੇ ਆਸ-ਪਾਸ ਜੋ ਸ੍ਰਿਸ਼ਟੀ ਦੇ ਜੋ ਅੰਗ ਵੇਖਦੇ ਹਾਂ, ਸ੍ਰਿਸ਼ਟੀ ਦੇ ਜੋ ਅੰਸ਼ ਵੇਖਦੇ ਹਾਂ, ਉਹ ਨਾਸ ਹੋਣ ਵਾਲੇ ਨੇ। ਉਹਨਾਂ ਦੀ ਮੁਨਿਆਦ ਹੈ, ਥੋੜ ਚਿਰੇ ਨੇ, ਅਮਰ ਕੋਈ ਨਹੀਂ, ਸਦਾ ਥਿਰ ਰਹਿਣ ਵਾਲਾ ਨਹੀਂ ਹੈ ਕੁਝ। ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਉਹਨਾਂ ਵਰਤਾਰਿਆਂ ਜਾਂ ਉਹਨਾਂ ਚੀਜ਼ਾਂ ਦੀ ਗੱਲ ਕਰਦੇ ਨੇ ਜਿਹੜੇ ਸਦਾ ਕਾਇਮ ਰਹਿਣ ਵਾਲੇ ਨੇ। ਗੁਰੂ ਸਾਹਿਬ ਕਹਿੰਦੇ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ। ਇਹ ਸੱਚੇ ਪਾਤਸ਼ਾਹ, ਤੇਰੇ ਪੈਦਾ ਕੀਤੇ ਹੋਏ ਖੰਡ ਤੇ ਬ੍ਰਹਮੰਡ ਸੱਚੇ ਹਨ, ਸਦਾ ਕਾਇਮ ਰਹਿਣ ਵਾਲੇ ਹਨ। ਸੱਚੇ ਤੇਰੇ ਲੋ ਸੱਚੇ ਆਕਾਰ, ਲੋ ਤੋਂ ਭਾਵ 14 ਲੋਕ, 7 ਆਕਾਸ਼ ਤੇ 7 ਪਤਾਲ। ਗੁਰੂ ਸਾਹਿਬ ਕਹਿੰਦੇ ਹੇ ਪ੍ਰਮਾਤਮਾ, ਤੇਰੇ ਸਿਰਜੇ ਹੋਏ 14 ਲੋਕ ਤੇ ਇਹ ਬੇਅੰਤ ਆਕਾਰ ਵੀ, ਆਕਾਰ ਵੱਖ-ਵੱਖ ਸਰੂਪ, ਸ਼ਕਲ, ਰੰਗ ਆਦਿਕ ਦੇ ਜੀਵ ਜੰਤ ਤੇ ਪਦਾਰਥ ਜੋ ਸਾਨੂੰ ਦਿਖਦੇ ਹਨ, ਇਹ ਵੀ ਸੱਚੇ ਹਨ, ਸਦਾ ਸਥਿਰ ਰਹਿਣ ਵਾਲੇ ਹਨ। ਕੋਈ ਇੱਕ ਪਦਾਰਥ ਜੋ ਸਾਨੂੰ ਦਿਖਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਨਹੀਂ, ਪਰ ਉਸ ਪਦਾਰਥ ਦੀ ਪ੍ਰਜਾਤੀ ਸਦਾ ਕਾਇਮ ਰਹਿਣ ਵਾਲੀ ਹੈ। ਜੇ ਅਸੀਂ ਜਾਨਵਰਾਂ ਦੀ ਗੱਲ ਕਰ ਲਈਏ ਤਾਂ ਜਾਨਵਰ ਸਦਾ ਕਾਇਮ ਰਹਿਣ ਵਾਲੇ ਨੇ। ਕਿਸੇ ਇੱਕ ਜਾਨਵਰ ਦੇ ਉੱਪਰ ਉਂਗਲੀ ਰੱਖ ਕੇ ਅਸੀਂ ਨਹੀਂ ਕਹਿ ਸਕਦੇ ਕਿ ਇਹ ਸਦਾ ਕਾਇਮ ਰਹੇਗਾ। ਜਾਨਵਰ ਪ੍ਰਜਾਤੀ ਸਦਾ ਕਾਇਮ ਰਹੇਗੀ। ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਤੇਰੇ ਸਾਰੇ ਕੰਮ ਤੇ ਸਾਰੀਆਂ ਹੀ ਵਿਚਾਰਾਂ ਨਾਸ ਰਹਿਤ ਹਨ, ਸਦਾ ਕਾਇਮ ਰਹਿਣ ਵਾਲੀਆਂ ਹਨ। ਸੱਚਾ ਤੇਰਾ ਅਮਰ ਸੱਚਾ ਦੀਵਾਨ। ਹੇ ਪਾਤਸ਼ਾਹ, ਤੇਰੀ ਪਾਤਸ਼ਾਹੀ ਤੇ ਤੇਰਾ ਦਰਬਾਰ ਅਟੱਲ ਹਨ। ਸੱਚਾ ਤੇਰਾ ਹੁਕਮ ਸੱਚਾ ਫਰਮਾਨ। ਤੇਰਾ ਹੁਕਮ ਤੇ ਤੇਰਾ ਸ਼ਾਹੀ ਫਰਮਾਨ ਵੀ ਅਟੱਲ ਹਨ। ਸੱਚਾ ਤੇਰਾ ਕਰਮ ਸੱਚਾ ਨਿਸ਼ਾਨ। ਤੇਰੀ ਬਖਸ਼ਿਸ਼ ਸਦਾ ਲਈ ਥਿਰ ਹੈ ਤੇ ਤੇਰੀਆਂ ਬਖਸ਼ਿਸ਼ਾਂ ਦਾ ਨਿਸ਼ਾਨ ਵੀ ਸਦਾ ਵਾਸਤੇ ਕਾਇਮ ਹੈ। ਸੱਚੇ ਤੁਧ ਆਖੈ ਲੱਖ ਕਰੋੜ, ਸੱਚੈ ਸਭ ਤਾਣ ਸੱਚੈ ਸਭ ਜੋਰ।
ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਨ ਸੱਚ, ਜੋ ਮਰ ਜੰਮੇ ਸੋ ਕੱਚ ਨੇ ਕੱਚ। ਲੱਖਾਂ ਕਰੋੜਾਂ ਜੀਵ ਜੋ ਤੈਨੂੰ ਸਿਮਰ ਰਹੇ ਹਨ ਸੱਚੇ ਹਨ। ਬੇਸ਼ੱਕ ਹਰ ਇੱਕ ਪਲ, ਹਰ ਇੱਕ ਸਕਿੰਟ ਲੱਖਾਂ ਦੀ ਗਿਣਤੀ 'ਚ ਲੋਕ ਇਸ ਦੁਨੀਆ 'ਤੇ ਮਰ ਜਾਂਦੇ ਨੇ, ਇਸ ਦੁਨੀਆ ਤੋਂ ਚਲੇ ਜਾਂਦੇ ਨੇ, ਪਰ ਉਨੇ ਹੀ ਹੋਰ ਪੈਦਾ ਵੀ ਹੋ ਜਾਂਦੇ ਨੇ, ਬਲਕਿ ਪੈਦਾ ਜ਼ਿਆਦਾ ਹੋ ਜਾਂਦੇ। ਉਸ ਪ੍ਰਮਾਤਮਾ ਦੇ ਸਿਮਰਨ ਦਾ ਜੋ ਸਿਲਸਿਲਾ ਹੈ ਉਹ ਸਦਾ ਲਈ ਕਾਇਮ ਹੈ। ਕਿਸੇ ਵੀ ਇੱਕ ਸਮੇਂ 'ਤੇ ਲੱਖਾਂ ਕਰੋੜਾਂ ਜੀਵ ਉਸ ਪ੍ਰਮਾਤਮਾ ਦਾ ਸਿਮਰਨ ਕਰਦੇ ਪਏ ਨੇ। ਸੱਚੇ ਤੁਧ ਆਖੈ ਲੱਖ ਕਰੋੜ, ਸੱਚਾ ਸਭ ਤਾਣ, ਸੱਚਾ ਸਭ ਜ਼ੋਰ। ਇਹ ਸਾਰੀ ਸ੍ਰਿਸ਼ਟੀ, ਖੰਡ ਬ੍ਰਹਿਮੰਡ, ਲੋਕ, ਆਕਾਰ, ਜੀਵ ਜੰਤ ਸਾਰੇ ਹੀ ਸੱਚੇ ਹਰੀ ਦੇ ਤਾਣ ਤੇ ਜ਼ੋਰ ਵਿੱਚ ਹਨ। ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਹੇ ਸੱਚੇ ਪਾਤਸ਼ਾਹ, ਤੇਰੀ ਸਿਫਤ ਸਲਾਹ ਕਰਨੀ ਤੇਰਾ ਇੱਕ ਅਟੱਲ ਸਿਲਸਿਲਾ ਹੈ। ਇਹ ਸਾਰੀ ਰਚਨਾ ਹੀ ਤੇਰਾ ਇੱਕ ਨਾ ਮੁੱਕਣ ਵਾਲਾ ਪ੍ਰਬੰਧ ਹੈ। ਨਾਨਕ ਸੱਚ ਧਿਆਇਨ ਸੱਚ। ਹੇ ਨਾਨਕ, ਜੋ ਜੀਵ ਉਸ ਅਵਿਨਾਸ਼ੀ ਪ੍ਰਭੂ ਨੂੰ ਸਿਮਰਦੇ ਹਨ ਉਹ ਵੀ ਉਸ ਦਾ ਰੂਪ ਹਨ। ਜੋ ਮਰ ਜੰਮੇ ਸੋ ਕੱਚ ਨੇ ਕੱਚ, ਪਰ ਜੋ ਜੰਮਣ ਮਰਨ ਦੇ ਗੇੜ ਵਿੱਚ ਪਏ ਹਨ ਉਹ ਅਜੇ ਬਿਲਕੁਲ ਕੱਚੇ ਹਨ, ਉਸ ਅਸਲ ਜੋਤ ਦਾ ਰੂਪ ਨਹੀਂ ਹੋਏ। ਇਸ ਸ਼ਲੋਕ ਦੇ ਵਿੱਚ ਗੁਰੂ ਨਾਨਕ ਸਾਹਿਬ ਪ੍ਰਮੁੱਖ ਤੌਰ 'ਤੇ ਸਾਨੂੰ ਇਹ ਯਾਦ ਕਰਵਾਉਣਾ ਚਾਹੁੰਦੇ ਨੇ ਕਿ ਇਹ ਕੁਦਰਤ ਉਸ ਡਾਢੇ ਦੀ ਸਾਜੀ ਹੋਈ ਹੈ ਅਤੇ ਇਸ ਕੁਦਰਤ ਦਾ ਸਾਰਾ ਜੋ ਪ੍ਰਬੰਧ ਹੈ ਉਹਦੇ ਆਪਣੇ ਹੱਥਾਂ ਦੇ ਵਿੱਚ ਹੈ, ਉਹਦੀ ਆਪਣੀ ਤਾਕਤ ਦੇ ਵਿੱਚ ਹੈ। ਮਹਿਲਾ ਪਹਿਲਾ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨੇ ਆਓ, ਵੱਡੀ ਵਡਿਆਈ ਜਾਂ ਨਿਹਚਲ ਥਾਓ। ਵੱਡੀ ਵਡਿਆਈ ਜਾਣੈ ਅਲਾਓ, ਵੱਡੀ ਵਡਿਆਈ ਬੁੱਝੈ ਸਭ ਪਾਉ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਨਾਨਕ ਕਾਰ ਨ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ। ਵੱਡੀ ਵਡਿਆਈ ਜਾਂ ਵੱਡਾ ਨਾਉ, ਜਿਸ ਪਰਮਾਤਮਾ ਦਾ ਨਾਮਣਾ ਵੱਡਾ ਹੈ ਉਹਦੀ ਵਡਿਆਈ ਇੰਨੀ ਕੁ ਵੱਡੀ ਹੈ ਕਿ ਅਸੀਂ ਭਾਸ਼ਾ ਦੀਆਂ ਸ਼ਬਦਾਂ ਦੇ ਵਿੱਚ ਉਹਨੂੰ ਬਿਆਨ ਨਹੀਂ ਕਰ ਸਕਦੇ। ਭਾਸ਼ਾ ਦਾ ਇਸਤੇਮਾਲ ਕਰਕੇ ਉਸ ਪ੍ਰਭੂ ਦੀ ਸਿਫਤ ਨਹੀਂ ਕੀਤੀ ਜਾ ਸਕਦੀ। ਵੱਡੀ ਵਡਿਆਈ ਜਾਂ ਸੱਚ ਨਿਆਉ ਪ੍ਰਭੂ ਦਾ ਇੱਕ ਵੱਡਾ ਗੁਣ ਹੈ ਕਿ ਉਹਦਾ ਨਾਂ ਸਦਾ ਲਈ ਅਟੱਲ ਹੈ। ਵੱਡੀ ਵਡਿਆਈ ਜਾਂ ਨਿਹਚਲ ਥਾਉ, ਵੱਡੀ ਸਿਫਤ ਹੈ ਉਸ ਪ੍ਰਮਾਤਮਾ ਦੀ ਕਿ ਉਹਦਾ ਆਸਣ ਅਡੋਲ ਹੈ। ਵੱਡੀ ਵਡਿਆਈ ਜਾਣੈ ਅਲਾਉ, ਅਲਾਉ ਤੋਂ ਭਾਵ ਅਲਾਪ, ਜੀਵਾਂ ਦੀਆਂ ਅਰਦਾਸਾਂ। ਉਸ ਪ੍ਰਮਾਤਮਾ ਦੀ ਬੜੀ ਵੱਡੀ ਵਡਿਆਈ ਹੈ ਕਿ ਉਹ ਸਾਰੇ ਜੀਵਾਂ ਦੀਆਂ ਅਰਦਾਸਾਂ ਨੂੰ ਜਾਣਦਾ ਹੈ। ਵੱਡੀ ਵਡਿਆਈ ਬੁੱਝੈ ਸਭ ਭਾਉ, ਸਭ ਦੇ ਦਿਲਾਂ ਦੇ ਵਲਵਲਿਆਂ ਨੂੰ ਸਮਝਦਾ ਹੈ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਉਹ ਪ੍ਰਮਾਤਮਾ ਕਿਸੇ ਦੀ ਸਲਾਹ ਲੈ ਕੇ ਜੀਵਾਂ ਨੂੰ ਦਾਤਾਂ ਨਹੀਂ ਬਖਸ਼ਦਾ। ਇਸ ਪੰਕਤੀ ਦੇ ਵਿੱਚ ਕਾਫੀ ਡੂੰਘਾ ਸੰਦੇਸ਼ ਛੁਪਿਆ ਹੋਇਆ ਹੈ। ਬਹੁਤ ਸਾਰੇ ਲੋਕ ਆਪਣੇ ਆਪ ਨੂੰ ਜੀਵ ਅਤੇ ਪ੍ਰਮਾਤਮਾ ਦੇ ਵਿਚਕਾਰ ਵਿਚੋਲਾ ਬਣਾ ਲੈਂਦੇ ਨੇ। ਉਹ ਆਪਣੇ ਆਪ ਨੂੰ ਇੰਜ ਪ੍ਰਗਟ ਕਰਦੇ ਨੇ ਕਿ ਉਹ ਪ੍ਰਮਾਤਮਾ ਉਹਨਾਂ ਦੀ ਸਲਾਹ ਤੋਂ ਬਿਨਾਂ ਜੀਵ ਨੂੰ ਕੋਈ ਦਾਤ ਨਹੀਂ ਬਖਸ਼ ਸਕਦਾ। ਤੇ ਗੁਰੂ ਸਾਹਿਬ ਇੱਥੇ ਇਹ ਗੱਲ ਸਪਸ਼ਟ ਕਰਦੇ ਨੇ ਕਿ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਕਿ ਪ੍ਰਮਾਤਮਾ ਕਿਸੇ ਨੂੰ ਦਾਤਾਂ ਦੇਣ ਵੇਲੇ ਕਿਸੇ ਹੋਰ ਤੋਂ ਨਹੀਂ ਪੁੱਛਦਾ। ਵੱਡੀ ਵਡਿਆਈ ਜਾਂ ਆਪੇ ਆਪ, ਉਸ ਵਰਗਾ ਹੋਰ ਕੋਈ ਵੀ ਨਹੀਂ, ਤੇ ਜੀਵਾਂ ਨੂੰ ਦਾਤਾਂ ਉਹ ਆਪਣੇ ਆਪ ਦਿੰਦਾ ਹੈ, ਕਿਸੇ ਦੀ ਸਲਾਹ ਨਹੀਂ ਲੈਂਦਾ। ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ। ਹੇ ਨਾਨਕ, ਰੱਬ ਦੀ ਕੁਦਰਤ ਬਿਆਨ ਨਹੀਂ ਕੀਤੀ ਜਾ ਸਕਦੀ। ਸਾਰੀ ਰਚਨਾ ਉਸ ਆਪਣੇ ਹੁਕਮ ਵਿੱਚ ਰਚੀ ਹੈ। ਮਹਿਲਾ ਦੂਜਾ। ਇਹ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਕ ਨਾ ਹੁਕਮ ਸਮਾਏ ਲਏ, ਇਕ ਨਾ ਹੁਕਮੇ ਕਰੇ ਵਿਨਾਸ਼। ਇਕ ਨਾ ਪਾਣੈ ਕੱਢ ਲਏ, ਇਕ ਨਾ ਮਾਇਆ ਵਿੱਚ ਨਿਵਾਸ। ਏਬ ਪੀ ਆਖ ਨਾ ਜਾਪਈ, ਜੇ ਕਿਸੇ ਆਣੈ ਰਾਸ। ਨਾਨਕ ਗੁਰਮੁਖ ਜਾਣੀਐ,
ਜਾਕੋ ਆਪ ਕਰੇ ਪ੍ਰਗਾਸ, ਜਾਕੋ ਆਪ ਕਰੇ ਪ੍ਰਗਾਸ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਜਗਤ ਪ੍ਰਭੂ ਦੇ ਰਹਿਣ ਦੀ ਥਾਂ ਹੈ ਤੇ ਪ੍ਰਭੂ ਇਸ ਜਗਤ ਦੇ ਵਿੱਚ ਵਸ ਰਿਹਾ ਹੈ। ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼। ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ ਇਸ ਸੰਸਾਰ ਸਾਗਰ ਤੋਂ ਬਚਾ ਕੇ ਪ੍ਰਭੂ ਨੇ ਆਪਣੇ ਚਰਨਾਂ ਵਿੱਚ ਜੋੜ ਲਿਆ ਤੇ ਕਈਆਂ ਨੂੰ ਆਪਣੇ ਹੁਕਮ ਅਨੁਸਾਰ ਹੀ ਇਸ ਸਾਗਰ ਦੇ ਵਿੱਚ ਡੋਬ ਦਿੱਤਾ। ਜਦੋਂ ਅਸੀਂ ਆਪਣੇ ਜੀਵਨ 'ਤੇ ਝਾਤੀ ਮਾਰਦੇ ਹਾਂ ਜਾਂ ਆਪਣੇ ਆਸ-ਪਾਸ ਦੇ ਲੋਕਾਂ 'ਤੇ ਝਾਤੀ ਮਾਰਦੇ ਹਾਂ, ਉਹਨਾਂ ਦੇ ਜੀਵਨ 'ਤੇ, ਤਾਂ ਇਹ ਨਾ ਸੋਚੀਏ ਕਿ ਫਲਾਣਾ ਤੇ ਇੰਨਾ ਸੁਖੀ ਹੈ, ਮੇਰੇ ਜੀਵਨ ਦੇ ਵਿੱਚ ਦੁਖੀ ਕਿਉਂ। ਇਸ ਕਿਉਂ ਦਾ ਜਵਾਬ ਇੱਕ ਹੀ ਹੈ ਕਿ ਉਹ ਪ੍ਰਮਾਤਮਾ ਆਪਣੇ ਹੁਕਮ ਦੇ ਅਨੁਸਾਰ ਹੀ ਕਈਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਤੇ ਕਈਆਂ ਨੂੰ ਵਿੱਚ ਡੋਬਾ ਦੇ ਦਿੰਦਾ ਹੈ। ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਨਾ ਭਾਣਾ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਆਪਣੇ ਹੁਕਮ ਅਨੁਸਾਰ, ਆਪਣੀ ਰਜ਼ਾ ਅਨੁਸਾਰ ਕਈਆਂ ਜੀਵਾਂ ਨੂੰ ਤੇ ਉਸ ਪ੍ਰਮਾਤਮਾ ਨੇ ਮਾਇਆ ਦੇ ਮੋਹ ਵਿੱਚੋਂ ਕੱਢ ਲਿਆ ਤੇ ਕਈਆਂ ਨੂੰ ਇਸ ਮਾਇਆ ਦੇ ਚਿੱਕੜ ਵਿੱਚ ਹੀ ਫਸਾਈ ਰੱਖਿਆ। ਏਵ ਭੀ ਆਖ ਨਾ ਜਾਪਈ, ਜੇ ਕਿਸੈ ਆਣੇ ਰਾਸ। ਇਹ ਗੱਲ ਵੀ ਦੱਸੀ ਨਹੀਂ ਜਾ ਸਕਦੀ ਕਿ ਰੱਬ ਕਿਸ ਦਾ ਬੇੜਾ ਪਾਰ ਕਰਦਾ ਹੈ। ਨਾਨਕ ਗੁਰਮੁਖ ਜਾਣੀਐ, ਜਾਕੋ ਆਪ ਕਰੇ ਪ੍ਰਗਾਸ। ਹੇ ਨਾਨਕ, ਜਿਸ ਵਡਭਾਗੀ ਮਨੁੱਖ ਨੂੰ ਉਹ ਪ੍ਰਮਾਤਮਾ ਆਪ ਚਾਨਣ ਬਖਸ਼ਦਾ ਹੈ, ਉਸ ਨੂੰ ਗੁਰੂ ਦੇ ਰਾਹੀਂ ਸਮਝ ਪੈ ਜਾਂਦੀ ਹੈ, ਉਹ ਗੁਰਮੁਖ ਬਣਦਾ ਹੈ। ਜੀਵ ਆਪਣੇ ਆਪ ਤੋਂ ਸੋਚ ਕੇ ਗੁਰਮੁਖ ਨਹੀਂ ਬਣ ਸਕਦਾ। ਕੋਈ ਮਨਮੁਖ ਹੈ, ਉਹ ਮਨਮੁਖ ਹੀ ਰਹੇਗਾ ਜਦ ਤੱਕ ਪ੍ਰਮਾਤਮਾ ਆਪ ਉਹਦੇ ਮਨ ਵਿੱਚ ਗਿਆਨ ਦਾ ਚਾਨਣ ਨਾ ਕਰ ਦੇਵੇ। ਪੌੜੀ। ਨਾਨਕ ਜੀ ਉਪਾਏ ਕਹਿ, ਲਿਖ ਨਾਮੈ ਧਰਮ ਬਹਾਲਿਆ। ਉਥੇ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜਮਾਲਿਆ। ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੈ ਦੋਜਕ ਚਾਲਿਆ। ਤੇਰਾ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਲਿਖ ਨਾਵੈ ਧਰਮ ਬਹਾਲਿਆ। ਨਾਨਕ ਜੀ ਉਪਾਏ ਕਹਿ, ਲਿਖ ਨਾਵੈ ਧਰਮ ਬਹਾਲਿਆ। ਹੇ ਨਾਨਕ, ਜੀਵਾਂ ਨੂੰ ਪੈਦਾ ਕਰਕੇ ਪ੍ਰਮਾਤਮਾ ਨੇ ਧਰਮ ਰਾਜ ਨੂੰ ਉਹਨਾਂ ਦੇ ਸਿਰ ਤੇ ਮੁਕਰਰ ਕੀਤਾ ਹੋਇਆ ਹੈ ਕਿ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਦਾ ਰਹੇ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਜਜਮਾਲਿਆ ਤੋਂ ਭਾਵ ਮੰਦ ਕਰਮੀ ਜੀਵ। ਧਰਮ ਰਾਜ ਦੀ ਕਚਹਿਰੀ ਵਿੱਚ ਨਿਰੋਲ ਸੱਚ ਦੁਆਰਾ ਜੀਵਾਂ ਦੇ ਕਰਮਾਂ ਦਾ ਨਿਬੇੜਾ ਹੁੰਦਾ ਹੈ। ਭਾਵ ਕਿ ਉੱਥੇ ਨਿਬੇੜੇ ਦਾ ਜੋ ਮਾਪ ਹੈ ਉਹ ਨਿਰੋਲ ਸੱਚ ਹੈ। ਜਿਨ੍ਹਾਂ ਦੇ ਪੱਲੇ ਸੱਚ ਹੁੰਦਾ ਉਹਨਾਂ ਨੂੰ ਆਦਰ ਮਿਲਦਾ ਹੈ ਤੇ ਜਿਹੜੇ ਮੰਦ ਕਰਮੀ ਜੀਵ ਹੁੰਦੇ ਨੇ ਉਹਨਾਂ ਨੂੰ ਵੱਖਰੇ ਕਰ ਦਿੱਤਾ ਜਾਂਦਾ ਹੈ। ਥਾਉ ਨਾ ਪਾਇਨ ਕੁੜਿਆਰ, ਮੂੰਹ ਕਾਲਾ ਦੋਜਕ ਚਾਲਿਆ। ਕੂੜ ਠੱਗੀ ਕਰਨ ਵਾਲੇ ਜੀਵਾਂ ਨੂੰ ਉੱਥੇ ਟਿਕਾਣਾ ਨਹੀਂ ਮਿਲਦਾ। ਕਾਲਾ ਮੂੰਹ ਕਰਕੇ ਉਹਨਾਂ ਨੂੰ ਦੋਜ਼ਕ ਵਿੱਚ ਧੱਕਿਆ ਜਾਂਦਾ ਹੈ। ਤੇਰਾ ਨਾਏ ਰੱਤੇ ਸੇ ਜਿਣ ਗਏ। ਜਿਣ ਗਏ ਤੋਂ ਭਾਵ ਜਿੱਤ ਗਏ। ਹੇ ਪ੍ਰਭੂ, ਜੋ ਮਨੁੱਖ ਤੇਰੇ ਨਾਮ ਵਿੱਚ ਰੰਗੇ ਹੋਏ ਹਨ ਉਹ ਇੱਥੋਂ ਬਾਜ਼ੀ ਜਿੱਤ ਕੇ ਜਾਂਦੇ ਹਨ। ਹਾਰ ਗਏ ਸੇ ਠੱਗਣ ਵਾਲਿਆ। ਤੇ ਜਿਹੜੇ ਠੱਗੀ ਕਰਨ ਵਾਲੇ ਬੰਦੇ ਹੁੰਦੇ ਨੇ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਜਾਂਦੇ ਨੇ। ਲਿਖ ਨਾਮ ਹੈ ਧਰਮ ਬਹਾਲਿਆ। ਹੇ ਪ੍ਰਭੂ, ਤੂੰ ਧਰਮ ਰਾਜ ਨੂੰ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ ਵਾਸਤੇ ਉਹਨਾਂ ਦੇ ਉੱਤੇ ਮੁਕਰਰ ਕੀਤਾ ਹੋਇਆ ਹੈ। ਸ਼ਲੋਕ ਮਹਿਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ, ਵਿਸਮਾਦ ਜੀ ਵਿਸਮਾਦ ਭੇਦ। ਵਿਸਮਾਦ ਰੂਪ ਵਿਸਮਾਦ ਰੰਗ, ਵਿਸਮਾਦ ਨਾਗੇ ਫਿਰੈ ਜੰਤ। ਵਿਸਮਾਦ ਪੌਣ ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ। ਵਿਸਮਾਦ ਧਰਤੀ ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੈ ਪੁਰਾਣ। ਵਿਸਮਾਦ ਤੋਂ ਭਾਵ ਹੈ ਅਦਭੁਤ, ਹੈਰਾਨ ਕਰਨ ਵਾਲਾ, ਅਸਚਰਜ ਕਰਨ ਵਾਲਾ, ਮਨ ਦੇ ਵਿੱਚ ਕਾਂਬਾ ਜਿਹਾ ਛੇੜਨ ਵਾਲਾ। ਗੁਰੂ ਸਾਹਿਬ ਕਹਿੰਦੇ ਵਿਸਮਾਦ ਨਾਦ ਵਿਸਮਾਦ ਵੇਦ।
ਕਿ हे ਪ੍ਰਭੂ ਤੇਰੀ ਬਣਾਈ ਹੋਈ ਇਸ ਸ੍ਰਿਸ਼ਟੀ ਦੇ ਵਿੱਚ ਕਈ ਨਾਦ ਤੇ ਕਈ ਵੇਦ ਹਨ। ਵਿਸਮਾਦ ਜੀ ਵਿਸਮਾਦ ਭੇਦ, ਬੇਅੰਤ ਹੀ ਜੀਵ ਹਨ ਤੇ ਇਹਨਾਂ ਜੀਵਾਂ ਦੇ ਬੇਅੰਤ ਹੀ ਭੇਦ ਹਨ। ਵਿਸਮਾਦ ਰੂਪ ਵਿਸਮਾਦ ਰੰਗ, ਜੀਵਾਂ ਤੇ ਹੋਰ ਪਦਾਰਥਾਂ ਦੇ ਅਨੇਕਾਂ ਹੀ ਰੂਪ ਨੇ ਤੇ ਅਨੇਕਾਂ ਹੀ ਰੰਗ ਨੇ। ਵਿਸਮਾਦ ਨਾਂਗੇ ਫਿਰੈ ਜੰਤ, ਮਨੁੱਖ ਨੇ ਕੱਪੜਿਆਂ ਦੀ ਕਾਢ ਕੱਢ ਲਈ ਹੈ, ਪਰ ਜ਼ਿਆਦਾਤਰ ਜੋ ਜੀਵ ਹਨ ਉਹ ਤੇ ਨੰਗੇ ਹੀ ਫਿਰਦੇ ਨੇ। ਵਿਸਮਾਦ ਪੌਣ ਵਿਸਮਾਦ ਪਾਣੀ, ਕਿਤੇ ਪੌਣ ਹੈ ਕਿਤੇ ਪਾਣੀ ਹੈ, ਕਿਤੇ ਕਈ ਅਗਨੀਆਂ ਅਚਰਜ ਖੇਡਾਂ ਕਰ ਰਹੀਆਂ ਹਨ। ਵਿਸਮਾਦ ਅਗਨੀ ਖੇਡਾ ਵਿਡਾਣੀ। ਵਿਸਮਾਦ ਧਰਤੀ ਵਿਸਮਾਦ ਖਾਣੀ, ਇਹ ਧਰਤੀ ਤੇ ਚਾਰ ਖਾਣੀਆਂ ਦੇ ਜੀਵ ਜੋ ਇਸ ਧਰਤੀ ਤੇ ਹਨ। ਅੰਡਜ ਜੇਰਜ ਸੇਤਜ ਉਤਪੁਜ, ਜੀਵ ਬੇਅੰਤ ਤਰ੍ਹਾਂ ਦੇ ਸਵਾਦਾਂ ਦੇ ਵਿੱਚ ਲੱਗੇ ਹੋਏ ਨੇ। ਵਿਸਮਾਦ ਸਾਧ ਲੱਗਾ ਪ੍ਰਾਣੀ, ਇਹ ਸਾਰਾ ਕੁਝ ਜੋ ਹੈ ਇਹ ਵਿਸਮਾਦ ਹੈ, ਹੈਰਾਨ ਕਰਨ ਵਾਲਾ ਹੈ, ਅਦਭੁਤ ਹੈ, ਮਨ ਦੇ ਵਿੱਚ ਥਰਥਰਾਹਟ ਪੈਦਾ ਕਰਦਾ। ਵਿਸਮਾਦ ਸੰਜੋਗ ਵਿਸਮਾਦ ਵਿਜੋਗ, ਵਿਸਮਾਦ ਭੁੱਖ ਵਿਸਮਾਦ ਭੋਗ, ਵਿਸਮਾਦ ਸਿਫਤ ਵਿਸਮਾਦ ਸਲਾਹ, ਵਿਸਮਾਦ ਉਜੜ ਵਿਸਮਾਦ ਰਾਹ। ਵਿਸਮਾਦ ਨੇੜੇ ਵਿਸਮਾਦ ਦੂਰ, ਵਿਸਮਾਦ ਦੇਖੈ ਹਾਜ਼ਰਾ ਹਜੂਰ। ਵੇਖ ਵਿਡਾਣ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰੈ ਭਾਗ। ਕਿਤੇ ਸੰਜੋਗ ਹੈ ਕਿਤੇ ਵਿਜੋਗ ਹੈ, ਕਿਤੇ ਜੀਵਾਂ ਦਾ ਮੇਲ ਹੋ ਰਿਹਾ ਹੈ ਤੇ ਕਿਤੇ ਵਿਛੋੜਾ ਹੋ ਰਿਹਾ ਹੈ। ਵਿਸਮਾਦ ਭੁੱਖ ਵਿਸਮਾਦ ਭੋਗ, ਕਿਤੇ ਭੁੱਖਮਰੀ ਫੈਲੀ ਹੋਈ ਹੈ ਤੇ ਕਿਤੇ ਅਨੇਕਾਂ ਤਰ੍ਹਾਂ ਦੇ ਪਦਾਰਥ ਛਕੇ ਜਾ ਰਹੇ ਹਨ। ਵਿਸਮਾਦ ਸਿਫਤ ਵਿਸਮਾਦ ਸਲਾਹ, ਕਿਤੇ ਕੁਦਰਤ ਦੇ ਮਾਲਕ ਦੀ ਸਿਫਤ ਸਲਾਹ ਹੋ ਰਹੀ ਹੈ। ਵਿਸਮਾਦ ਉੱਜੜ ਵਿਸਮਾਦ ਰਾਹ, ਕਿਤੇ ਔਜੜ ਹੈ, ਭੁੱਲ ਭੁਲਈਆ ਹੈ, ਉਲਝਣ ਹੈ ਤੇ ਕਿਤੇ ਰਾਹ ਹੈ। ਇਹ ਸਾਰੀ ਖੇਡ ਵੇਖ ਕੇ ਮਨ ਵਿੱਚ ਹੈਰਤ ਹੋ ਰਹੀ। ਵਿਸਮਾਦ ਨੇੜੇ ਵਿਸਮਾਦ ਦੂਰ, ਕੋਈ ਆਖਦਾ ਹੈ ਕਿ ਰੱਬ ਨੇੜੇ ਹੈ, ਕੋਈ ਆਖਦਾ ਹੈ ਕਿ ਦੂਰ ਹੈ। ਵਿਸਮਾਦ ਦੇਖੈ ਹਾਜ਼ਰਾ ਹਜੂਰ, ਕੋਈ ਆਖਦਾ ਹੈ ਕਿ ਸਭ ਥਾਈਂ ਵਿਆਪਕ ਹੋ ਕੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ ਉਹ ਪ੍ਰਮਾਤਮਾ। ਜੋ ਵੀ ਹੋਵੇ ਇੱਕ ਗੱਲ ਅਟੱਲ ਹੈ, ਗੁਰੂ ਸਾਹਿਬ ਕਹਿੰਦੇ ਵੇਖ ਵਿਡਾਣ ਰਹਿਆ ਵਿਸਮਾਦ। ਇਸ ਪੂਰੇ ਸ਼ਲੋਕ ਦੇ ਵਿੱਚ ਪ੍ਰਭੂ ਦੀ ਸਾਜੀ ਹੋਈ ਕੁਦਰਤ ਦੀ ਜੋ ਬਿਆਨੀ ਗੁਰੂ ਸਾਹਿਬ ਨੇ ਕੀਤੀ ਹੈ, ਕਹਿੰਦੇ ਉਹਨੂੰ ਵੇਖ ਕੇ ਮਨ ਦੇ ਵਿੱਚ ਕਾਂਬਾ ਜ਼ਰੂਰ ਛਿੜਦਾ ਹੈ। ਇਸ ਅਚਰਜ ਕੌਤਕ ਨੂੰ ਵੇਖ ਕੇ ਝਰਨਾਹਟ ਜੀ ਛਿੜ ਜਾਂਦੀ ਹੈ। ਨਾਨਕ ਬੁੱਝਣ ਪੂਰਾ ਭਾਗ, ਹੇ ਨਾਨਕ ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗ ਨਾਲ ਸਮਝਿਆ ਜਾ ਸਕਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 463ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਜਿਸ ਪ੍ਰਕਾਰ ਵੀਡੀਓ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਆਸਾ ਦੀ ਵਾਰ ਦੀ ਹਾਲੇ ਸ਼ੁਰੂਆਤ ਹੈ ਤੇ ਇਸ ਸ਼ੁਰੂਆਤ ਦੇ ਵਿੱਚ ਗੁਰੂ ਸਾਹਿਬ ਨੇ ਉਸ ਪ੍ਰਭੂ ਦੀ ਬਣਾਈ ਹੋਈ ਕੁਦਰਤ ਦਾ ਅਜਿਹਾ ਨਜ਼ਾਰਾ ਬੰਨ੍ਹਿਆ ਹੈ ਕਿ ਵਾਕਈ ਪੜ੍ਹ ਕੇ ਸੁਣ ਕੇ ਮਨ ਦੇ ਵਿੱਚ ਝਨਝਨਾਹਟ ਪੈਦਾ ਹੋ ਜਾਂਦੀ। ਇੰਨੀ ਹੈਰਤ ਕੁੰਨ ਹੈ ਪ੍ਰਭੂ ਦੀ ਸਾਜੀ ਹੋਈ ਇਹ ਕੁਦਰਤ। ਆਪ ਹੀ ਇਸ ਕੁਦਰਤ ਨੂੰ ਉਸ ਪ੍ਰਮਾਤਮਾ ਨੇ ਸਾਜਿਆ, ਆਪ ਹੀ ਇਹਦੇ ਵਿੱਚ ਵਿਰਾਜਮਾਨ ਹੋਇਆ, ਆਪ ਹੀ ਆਪਣਾ ਆਸਣ ਇਸ ਕੁਦਰਤ ਦੇ ਵਿੱਚ ਲਾਇਆ। ਜੀਵ ਪੈਦਾ ਕੀਤੇ, ਜੀਵਾਂ ਨੂੰ ਬਖਸ਼ਿਸ਼ਾਂ ਵੀ ਕੀਤੀ, ਕਿਸੇ ਦਾ ਬੇੜਾ ਪਾਰ ਵੀ ਲੰਘਾਇਆ, ਕਈਆਂ ਨੂੰ ਸੰਸਾਰ ਸਮੁੰਦਰ ਦੇ ਵਿੱਚ ਡੋਬਾ ਵੀ ਦਿੱਤਾ। ਤੇ ਇੱਕ ਜ਼ਰੂਰੀ ਗੱਲ, ਇਹ ਸਭ ਕੁਝ ਕਰਦਿਆਂ ਹੋਇਆਂ ਪ੍ਰਭੂ ਨੇ ਕਿਸੇ ਦੀ ਸਲਾਹ ਨਹੀਂ ਲਈ। ਜੀਵ ਅਤੇ ਪ੍ਰਮਾਤਮਾ ਦੇ ਵਿੱਚ ਗੁਰੂ ਹੋ ਸਕਦਾ ਹੈ ਜੋ ਉਹਨੂੰ ਸਿੱਖਿਆ ਦੇਵੇ, ਪਰ ਵਿਚੋਲਾ ਨਹੀਂ ਹੋ ਸਕਦਾ ਜੋ ਪ੍ਰਭੂ ਨੂੰ ਜੀਵ ਦੇ ਬਿਹਾਫ ਦੇ ਉੱਪਰ ਕੋਈ ਸਲਾਹ ਦੇਵੇ ਜਾਂ ਪ੍ਰਭੂ ਪਾਸੋਂ ਜੀਵ ਦੇ ਬਿਹਾਫ 'ਤੇ ਜੋ ਮੰਗੇ। ਸੋ ਜੀਵ ਅਤੇ ਪ੍ਰਮਾਤਮਾ ਦੇ ਵਿਚਕਾਰ ਵਿਚੋਲੇ ਬਣਨ ਵਾਲਿਆਂ ਤੋਂ ਬਚਣਾ ਚਾਹੀਦਾ, ਗੁਰੂ ਦੇ ਲੜ ਲੱਗਣਾ ਚਾਹੀਦਾ। ਉਹ ਗੁਰੂ ਜੋ ਤੁਹਾਡੇ ਅੰਦਰ ਹੀ ਤੁਹਾਨੂੰ ਪ੍ਰਮਾਤਮਾ ਦੇ ਦਰਸ਼ਨ ਕਰਵਾ ਦੇਵੇ, ਜੋ ਤੁਹਾਡੇ ਆਸ-ਪਾਸ ਦੀ ਇਸ ਅਸਚਰਜ ਕੁਦਰਤ ਦੇ ਵਿੱਚੋਂ ਹੀ ਉਸ ਪ੍ਰਮਾਤਮਾ ਦੇ ਤੁਹਾਨੂੰ ਦਰਸ਼ਨ ਕਰਵਾ ਦੇਵੇ। ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।